ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਮੇਰੇ ਨਾਲ ਮੇਰੇ ਕੈਬਨਿਟ ਕਲੀਗ, ਪਾਰਟੀ ਦੇ ਕਾਰਜਕਾਰੀ ਪ੍ਰਧਾਨ MLA ਸਾਹਿਬਾਨ ਮੌਜੂਦ ਨੇ। ਥੋੜੇ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਸੀਗਾ। ਇਸ ਸੈਸ਼ਨ ਦੇ ਦੌਰਾਨ ਵੱਖ-ਵੱਖ ਬਿੱਲ ਜਿਹੜੇ ਨੇ ਉਹ ਪੇਸ਼ ਕੀਤੇ ਜਾਣੇ ਸੀਗੇ, ਜਿਨ੍ਹਾਂ ਬਿੱਲਾਂ ਦੇ ਨਾਲ ਪੰਜਾਬ ਦਾ ਰੈਵਨਿਊ, ਪੰਜਾਬ ਦੀ ਕਲੈਕਸ਼ਨ ਟੈਕਸ ਦੀ ਵਧਣੀ ਸੀਗੀ, ਕਿਉਂਕਿ ਕੁਝ ਅਮੈਂਡਮੈਂਟਸ, ਕੁਝ ਸੋਧਾਂ ਜਿਹੜੀਆਂ ਸੀਗੀਆਂ ਉਹ GST ਕੌਂਸਲ ਦੀ ਮੀਟਿੰਗ ਦੇ ਦੌਰਾਨ ਆਨਲਾਈਨ ਗੇਮਿੰਗ ਦੇ ਐਕਟ ਦੇ ਅੰਦਰ ਹੋਈਆਂ ਸੀਗੀਆਂ। 28% ਟੈਕਸ ਲਾਉਣ ਦਾ ਫੈਸਲਾ GST ਕੌਂਸਲ 'ਚ ਹੋਇਆ ਸੀਗਾ। ਉਹ ਸਾਰੀਆਂ ਜਿਹੜੀਆਂ ਅਮੈਂਡਮੈਂਟ ਸੀਗੀਆਂ, ਸਾਰੇ ਸੂਬਿਆਂ ਨੇ, ਦੇਸ਼ ਦੇ ਵੱਖ-ਵੱਖ ਸੂਬਿਆਂ ਨੇ ਉਹ ਅਮੈਂਡਮੈਂਟ ਕਰਕੇ ਗਵਰਨਮੈਂਟ ਆਫ ਇੰਡੀਆ ਨੂੰ ਭੇਜਣੀਆਂ ਸੀਗੀਆਂ, ਤਾਂ ਕਿ GST ਦਾ ਬਿੱਲ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਪਾਸ ਕੀਤਾ ਸੀਗਾ ਉਹ ਪੰਜਾਬ ਵੀ ਪਾਸ ਕਰੇ ਤੇ ਉਹ ਐਕਟ ਜਿਹੜਾ ਪੂਰੇ ਦੇਸ਼ ਦੇ ਅੰਦਰ ਲਾਗੂ ਔਰ ਪੰਜਾਬ 'ਚ ਵੀ ਲਾਗੂ ਹੋਵੇ। ਉਹ ਐਕਟ, ਕਿਉਂਕਿ ਮੈਂ GST ਕੌਂਸਲ ਦਾ ਮੈਂਬਰ ਵੀ ਹਾਂ, ਮੇਰੇ ਡਿਪਾਰਟਮੈਂਟ ਦਾ ਸੀਗਾ, ਉਹ ਐਕਟ ਦਾ ਬਿੱਲ ਤਿਆਰ ਕਰਕੇ ਅਸੀਂ ਜਿਹੜਾ ਪੰਜਾਬ ਗੁਡਸ ਐਂਡ ਸਰਵਿਸਿਜ਼ ਟੈਕਸ ਅਮੈਂਡਮੈਂਟ ਬਿੱਲ 2023 ਮਾਨਯੋਗ ਗਵਰਨਰ ਸਾਹਿਬ ਕੋਲੇ ਭੇਜਿਆ ਸੀਗਾ। ਅਸੀਂ ਬਿੱਲ ਦੀ ਡਰਾਫਟ ਕਰਕੇ ਬਿੱਲ ਨੂੰ, ਉਹ ਬਿੱਲ ਜਿਹੜਾ ਮਾਨਯੋਗ ਗਵਰਨਰ ਸਾਹਿਬ ਕੋਲੇ ਭੇਜਿਆ ਸੀਗਾ। ਔਰ ਇਸੇ ਤਰ੍ਹਾਂ ਇੰਡੀਅਨ ਸਟੈਂਪ ਐਕਟ ਜਿਹੜਾ ਹੈਗਾ 2023 ਬਿੱਲ, ਉਹ ਵੀ ਕੈਬਨਿਟ ਨੇ ਪਾਸ ਕਰਕੇ ਮਾਨਯੋਗ ਗਵਰਨਰ ਸਾਹਿਬ ਕੋਲੇ ਭੇਜਿਆ ਸੀਗਾ। ਇਸੇ ਤਰ੍ਹਾਂ ਦਾ ਪੰਜਾਬ ਫਿਸਕਲ ਰਿਸਪੌਂਸਿਬਿਲਟੀ ਐਂਡ ਬਜਟ ਮੈਨੇਜਮੈਂਟ ਯਾਨੀ FRBM ਐਕਟ ਜਿਹੜਾ, ਉਹ ਵੀ ਅਸੀਂ ਕੈਬਨਿਟ ਵੱਲੋਂ ਪਾਸ ਕਰਕੇ ਮਾਨਯੋਗ ਗਵਰਨਰ ਸਾਹਿਬ ਕੋਲੇ ਭੇਜਿਆ ਸੀ। ਇਹ ਤਿੰਨੇ ਬਿੱਲ ਪੰਜਾਬ ਦੀ ਆਰਥਿਕਤਾ ਦੇ ਲਈ, ਪੰਜਾਬ ਦੇ ਲੋਕਾਂ ਦੀ ਭਲਾਈ ਲਈ, ਪੰਜਾਬ ਦੇ ਲੋਕਾਂ ਦੀ ਵੈਲਫੇਅਰ ਲਈ ਬੜੇ ਅਹਿਮ ਸੀਗੇ। ਪਰ ਲੇਕਿਨ ਮਾਨਯੋਗ ਗਵਰਨਰ ਸਾਹਿਬ, ਆਨਰੇਬਲ ਗਵਰਨਰ ਸਾਹਿਬ ਕੱਲ੍ਹ ਸਵੇਰ ਤੱਕ ਲਗਾਤਾਰ ਕੁਆਰੀਆਂ ਪਾਉਂਦੇ ਰਹੇ, ਲਗਾਤਾਰ ਆਬਜੈਕਸ਼ਨ ਲਾਉਂਦੇ ਰਹੇ। ਅਸੀਂ ਉਹ ਸਾਰੇ ਆਬਜੈਕਸ਼ਨ ਠੀਕ ਕਰਕੇ ਜਿਹੜੇ ਉਹਨਾਂ ਨੇ ਇਨਫੋਰਮੇਸ਼ਨ ਸਾਡੇ ਤੋਂ ਮੰਗੀ ਸੀਗੀ, ਉਹ ਅਸੀਂ ਇਨਫੋਰਮੇਸ਼ਨ ਜਿਹੜੀ ਆ ਕੱਲ੍ਹ ਵਿਦਿਨ ਟਾਈਮ ਮਾਨਯੋਗ ਗਵਰਨਰ ਸਾਹਿਬ ਕੋਲੇ ਭੇਜੀ ਕਿ ਆਹ ਜਿਹੜੀਆਂ ਤੁਹਾਡੀਆਂ ਕੁਆਰੀਆਂ ਸੀ, ਜਿਹੜੇ ਤੁਹਾਡੇ ਤੌਖਲੇ ਸੀ, ਜਿਹੜੀ ਤੁਸੀਂ ਇਨਫੋਰਮੇਸ਼ਨ ਸੀਕ ਕੀਤੀ ਸੀ, ਇਨਫੋਰਮੇਸ਼ਨ ਮੰਗੀ ਸੀ, ਉਹਦੇ ਮੁਤਾਬਕ ਅਸੀਂ ਜਿਹੜੀ ਆ ਇਨਫੋਰਮੇਸ਼ਨ ਉਹ ਮਾਨਯੋਗ ਗਵਰਨਰ ਸਾਹਿਬ ਨੂੰ ਭੇਜੀ। ਪਰ ਰਾਤ ਉਹਨਾਂ ਨੇ ਇੱਕ ਤੋਂ ਬਾਅਦ ਜਦੋਂ ਇਨਫੋਰਮੇਸ਼ਨ ਰਿਸੀਵ ਹੋ ਗਈ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਬਿਲਕੁਲ ਸਹੀ ਇਨਫੋਰਮੇਸ਼ਨ ਆ ਗਈ, ਜਦੋਂ ਉਹਨਾਂ ਨੇ ਦੇਖਿਆ ਕਿ ਹੋਰਨਾਂ ਰਾਜਾਂ ਨੇ ਵੀ ਬਿੱਲ ਪਾਸ ਕਰਤੇ, ਬਹੁਤ ਸਾਰੇ ਰਾਜ ਨੇ ਜਿਨ੍ਹਾਂ ਨੇ ਬਿੱਲ ਜਿਹੜੇ ਪਾਸ ਕੀਤੇ ਨੇਗੇ, ਔਰ ਉਸ ਤੋਂ ਬਾਅਦ ਕੀ ਹੋਇਆ, ਸ਼ਾਮ ਨੂੰ ਉਹਨਾਂ ਨੇ ਜਾ ਕੇ ਉਹਨਾਂ ਬਿੱਲਾਂ ਨੂੰ ਵਿਦਹੋਲਡ ਕਰ ਲਿਆ, ਕਿਹਾ ਕਿ ਮੈਂ ਇਹਨਾਂ ਨੂੰ ਪਾਸ ਕਰਨ ਦੀ ਮਨਜ਼ੂਰੀ ਨਹੀਂ ਦਿੰਦਾ। ਜਦ ਕਿ ਜਿਹੜਾ GST ਦਾ ਬਿੱਲ ਆ ਉਹ ਗਵਰਨਮੈਂਟ ਆਫ ਇੰਡੀਆ ਨਾਲ ਸੰਬੰਧਿਤ ਆ। GST ਦਾ ਬਿੱਲ ਜਿਹੜਾ ਉਹ ਮੈਂ ਸਮਝਦਾ GST ਕੌਂਸਲ ਵਨ ਨੇਸ਼ਨ ਵਨ ਟੈਕਸ ਦੇ ਫਾਰਮੂਲੇ ਦੇ ਆਧਾਰ ਤੇ ਬਣਿਆਗਾ, ਦੇਸ਼ ਦੇ ਅੰਦਰ ਇੱਕ ਸਾਰਤਾ ਟੈਕਸ ਲੈ ਕੇ ਆਉਣ ਲਈ ਬਣਿਆਗਾ। ਅੱਜ ਮੈਂ ਸਮਝਦਾ ਮਾਨਯੋਗ ਗਵਰਨਰ ਸਾਹਿਬ ਨੇ ਪੰਜਾਬ ਦੀ ਆਰਥਿਕਤਾ ਤੇ ਸੱਟ ਮਾਰੀ ਆ। ਇੱਕ ਪਾਸੇ ਤਾਂ ਕਹਿੰਦੇ ਰਹੇਗੇ ਕਿ ਕਰਜ਼ਾ ਕਿਵੇਂ ਚੜਿਆ ਗਿਆ, ਔਰ ਦੂਜੇ ਪਾਸੇ ਜੇ ਅਸੀਂ ਉਸ ਕਰਜ਼ੇ ਨੂੰ ਉਤਾਰਨ ਦੇ ਲਈ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਟੈਕਸ ਲਾਏ ਨੇ, ਉਹਨਾਂ ਦੀ ਅਸੀਂ ਪੰਜਾਬ 'ਚ ਉਹਨਾਂ ਨੂੰ ਲਾਗੂ ਕਰਦੇ ਹਾਂ, ਤਾਂ ਉਹਨਾਂ ਨੂੰ ਲਾਗੂ ਕਰਨ ਤੋਂ ਰੋਕਣ ਦਾ ਯਤਨ ਮਾਨਯੋਗ ਗਵਰਨਰ ਸਾਹਿਬ ਕਰਦੇ ਨੇਗੇ। ਇਹ ਤਿੰਨੇ ਬਿੱਲ ਮਨੀ ਬਿੱਲ ਨੇਗੇ, ਬਗੈਰ ਮਾਨਯੋਗ ਗਵਰਨਰ ਸਾਹਿਬ ਦੀ ਮਨਜ਼ੂਰੀ ਤੋਂ ਇਹ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਪੇਸ਼ ਨਹੀਂ ਹੋ ਸਕਦੇ। ਅਸੀਂ ਲਾਸਟ ਮਿੰਟ ਤੱਕ, ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਾਸਟ ਮਿੰਟ ਤੱਕ ਇਸ ਗੱਲ ਦੀ ਵੇਟ ਕੀਤੀ ਕਿ ਚਲੋ ਗਵਰਨਰ ਸਾਹਿਬ ਇਹਨਾਂ ਬਿੱਲਾਂ ਦੀ ਅਹਿਮੀਅਤ ਨੂੰ ਸਮਝਣਗੇ, ਪੰਜਾਬ ਵਿਧਾਨ ਸਭਾ ਦੀ ਪਵਿੱਤਰਤਾ ਨੂੰ ਸਮਝਣਗੇ, ਪੰਜਾਬ ਵਿਧਾਨ ਸਭਾ ਦੀ ਰੂਲ ਬੁੱਕ ਨੂੰ ਪੜ੍ਹਨਗੇ, ਜੋ ਸ਼ਕਤੀਆਂ
बाबा साहब भीमराव अंबेडकर जी ने संविधान के अंदर चुनिया हुई सरकारों दित्तियां नेगियां, उन्होंने शक्तियों को दोबारा पढ़नगे। जो लैजिसलेशन का काम आ, जो एग्जैक्टिव का काम आ, जो जुडिशरी का काम आ, उन्होंने 3 डिफरेंट अंगां नूं समझणगे। और उस तो बाद सानू आस सीगी कि मानयोग गवर्नर साहब सानू मंजूरी देणगे, पर लेकिन मानयोग गवर्नर साहब ने वो मंजूरी जिहड़ी आ नहीं दित्ती। इसे गल करके अज दा विधान सभा का सैशन जदों मानयोग मुख्यमंत्री सरदार भगवंत सिंह मान जी ने स्पीकर साहब नूं बेनती की तो बहुत सहमति दे नाल असीं ओह जिहड़ा सैशन अज दा इहनूं स्थगित किया, इहनूं साइन डाई किया। असीं बिल्कुल इन्हां 3 बिलां नूं आ जिहड़े 3 बिल ने इन्हां नूं पास करवावांगे। इन्हां 3 बिलां नूं लैके असीं देश की सर्वोच्च अदालत यानी कि सुप्रीम कोर्ट जावांगे। सुप्रीम कोर्ट के अंदर जाके असीं इन्हां 3 बिलां नूं मंजूरी देण लई कि मानयोग गवर्नर साहब नूं हदायत जारी की जाए कि इन्हां 3 बिलां नूं मंजूरी दी जाए, ताकि असीं पंजाब की विधान सभा इन्हां बिलां नूं पास करके कानून बना के पंजाब की धरती पर लागू कर सकीए, पंजाब के लोगों पर लागू कर सकीए। ये लिए असीं देश की सर्वोच्च अदालत जावांगे। प्लीज़ लेट मी कंप्लीट, क्योंकि साडियां अपोजिशन दी धिरां जिहड़ियां पंजाब की विधान सभा के अंदर नेगियां, कांग्रेस पार्टी की अपोजिशन आ पंजाब के अंदर, बहुत सारे सूबे दे विच उन्हां दी भी सरकार आ। लगभग 7-8 सूबे के अंदर कांग्रेस पार्टी का सीधे रूप सरकार आ जां किसी ना भाईवाल सरकार आ। जिथे जिथे देश के अंदर अपोजिशन दी सरकारां नेगियां, जिथे जिथे बीजेपी के उल्ट केंद्र सरकार के उल्ट सरकारां नेगियां, उत्थे उत्थे चाहे दिल्ली की सरकार आ, अरविंद केजरीवाल जी दिल्ली के मुख्यमंत्री, दिल्ली की सरकार आ, चाहे पंजाब की सरदार भगवंत सिंह मान जी मानयोग मुख्यमंत्री साहब की सरकार आ, चाहे तमिलनाडु की सरकार आ, चाहे केरला की सरकार आ, चाहे पश्चिमी बंगाल की सरकार आ, उत्थे सेंटर सरकार ने अजिहे गवर्नर लाए ने जिहड़े कि मैं समझदा संविधान दियां कॉन्स्टिट्यूशन दियां धज्जियां उड़ा रहे हैं। ऑन बिहाफ ऑफ बीजेपी के बिहाफ के उत्ते भारतीय जनता पार्टी के राही उत्ते संविधान दियां धज्जियां उड़ाईयां जा रही नेगियां। और सारे सूबे के अंदर जिते अपोजिशन दी सरकारां नेगियां, उत्थे की हो रहा, गवर्नर साहब कोई ना कोई अड़िक्का डाह के कदे विधान सभावां रोकते नेगे, कदे सरकारी कामकाज रोकते नेगे। और बहुत सारियां सरकारां देश की सर्वोच्च अदालत सुप्रीम कोर्ट जांदियां नेगियां, उत्थों जाके ऑर्डर पास करवा के लैके तां अपने सूबे का काम कर रही नेगियां। असीं इस तो पहला जो बजट सैशन आया सी, जो पंजाब विधान सभा का बजट सैशन सीगा, उस समय भी मानयोग गवर्नर साहब ने कुछ अड़िक्के डाहे सीगे। उस समय भी कोशिश की सीगी कि पंजाब का बजट ही पेश ना हो। जे बजट ही पंजाब का पेश नहीं होगा तो 31 मार्च तो बाद किस तरह पंजाब का सिस्टम चलूगा, एक काम करने का यतन उस समय मानयोग गवर्नर साहब ने किया सी। और उस तो बाद साडा फैसला सीगा, असीं सर्वोच्च अदालत दे विच गए, सर्वोच्च अदालत दे विच भी सानूं रिलीफ मिली और विधान सभा का बजट सैशन होया। तुसीं देखिया किस तरह पंजाब के अंदर जिहड़ी अपोजिशन आ वो गवर्नर साहब का रोल अदा कर रही है। बल्कि चुने हुए नुमाइंदियां नूं पंजाब नाल खड़ना चाहिदा सी, पंजाब के लोगों नाल खड़ना चाहिदा सी, क्योंकि इस पवित्र सदन के अंदर 117 MLA चुन के आउंदे नेगे। विधान सभा के अज के सैशन दौरान भी जो असीं सवाल जवाबां का समा से घंटा दिता, 0 आवर दिता, कॉल अटेंशन मोशन दी, उन्हां सारिਆਂ ਦੇ ਉੱਤੇ मैं समझदा अपने पोलीटिकल एजेंडे के तहत कांग्रेस पार्टी ने कदे भाग लै लिया, कदे भाग नहीं लिया, क्योंकि उन्होंने समझ नहीं आ रही सी कि असीं की करिए। इत्थों पता लगदा कि पंजाब के अंदर जिहड़ी कांग्रेस की लीडरशिप आ उहदा की हाल है, किन्ने मूँह नेगे। प्लीज़ मेरा कहने का भाव आ अज का जिहड़ा सैशन असीं सैंडाई किया गया, एडजर्न किया गया, स्थगित किया गया। जिहड़े बिल असीं अज दी ये सैशन च लैके आउणे सीगे उन्हां नूं बिल्कुल ऑनरेबल सुप्रीम कोर्ट दे विच असीं चैलेंज करांगे। मानयोग गवर्नर साहब के ऑर्डर नूं चैलेंज करके असीं बिल्कुल परमिशन लैके आवांगे। बड़ी जल्दी इन्हां बिलां नूं पास करा के पंजाब च लागू करांगे। मैं प्लीज़ हुण मेरे साथी मेरे कैबिनेट कलीग अमन अरोड़ा जी कुछ जो अज
ਜੋ ਵਿਧਾਨ ਸਭਾ ਦੇ ਅੰਦਰ ਸਾਡੀ ਪੰਜਾਬ ਦੀ ਵਿਧਾਨ ਸਭਾ ਦੇ ਰੂਲ ਬੁੱਕ ਦੇ ਵਿੱਚ ਲਿਖਿਆ ਗਿਆ, ਜਿਹੜੀ ਕਿ ਅਸੀਂ ਨਹੀਂ ਬਣਾਈ, ਲੰਬੇ ਸਮੇਂ ਤੋਂ ਸੰਵਿਧਾਨ ਦੇ ਮੁਤਾਬਕ ਕਾਨੂੰਨ ਘਾੜੀਆਂ ਨੇ ਬਣਾਈ ਆ ਲੰਬੇ, ਉਹਦਾ ਬਿਲਕੁਲ ਤੁਹਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਅੱਜ ਦਾ ਸੈਸ਼ਨ ਲੀਗਲ ਸੀਗਾ, ਪਰ ਲੇਕਿਨ ਆਹ ਬਿੱਲ ਨਾ ਆਉਣ ਕਰਕੇ ਅਸੀਂ ਇਹਨੂੰ ਸਥਗਿਤ ਕੀਤਾ ਗਿਆ। ਬਹੁਤ ਬਹੁਤ ਧੰਨਵਾਦ ਚੀਮਾ ਸਾਹਿਬ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮੀਡੀਆ ਦੇ ਸਾਥੀਆਂ ਦਾ, ਸਾਡੇ ਸਾਰੇ ਪਾਰਟੀ ਦੇ ਸੀਨੀਅਰ ਕਲੀਗ ਐਮਐਲਏ ਸਾਹਿਬਾਨ ਅੱਜ ਹਾਜ਼ਰ ਨੇ। ਦੇਖੋ ਇਸ ਤਰ੍ਹਾਂ ਕਿ ਪਿਛਲੇ 1.5 ਸਾਲ ਤੋਂ ਜਿਸ ਦਿਨ ਦੀ ਇੱਕ ਲਾਮਿਸਾਲ ਬਹੁਮਤ ਦੇ ਨਾਲ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਚੁਣੀ ਹੈ, ਉਸ ਦਿਨ ਤੋਂ ਹੀ ਗਵਰਨਰ ਸਾਹਿਬ ਦਾ ਜੋ ਰਵੱਈਆ ਹੈ ਉਹ ਪੰਜਾਬ ਵਿਰੋਧੀ ਰਿਹਾ ਹੈ। ਇਸ ਤੋਂ ਪਹਿਲਾਂ ਵੀ ਜਦੋਂ ਵੀ ਅਸੀਂ ਸੈਸ਼ਨ ਬੁਲਾਉਣ ਦੀ ਗੱਲ ਕਰਦੇ ਹਾਂ ਤੇ ਉਹਦੀ ਕੋਈ ਨਾ ਕੋਈ ਅੜਿੱਕਾ ਹੈ ਉਹਦੇ 'ਚ ਉਡਾਇਆ ਜਾਂਦਾ ਹੈ। ਔਰ ਅੱਜ ਜਦੋਂ ਇਹ ਉਹਨਾਂ ਦੇ ਹੀ ਇਸ਼ਾਰੇ ਦੇ ਉੱਪਰ ਬੀਜੇਪੀ ਦੀ ਬੀ ਟੀਮ ਕੰਮ ਬਣ ਕੇ ਜਦੋਂ ਕਾਂਗਰਸ ਦੇ ਲੋਕ ਪ੍ਰਤਾਪ ਸਿੰਘ ਬਾਜਵਾ ਜੀ ਦੀ ਅਗਵਾਈ ਦੇ ਵਿੱਚ ਲੀਗੈਲਿਟੀ ਇਲੀਗੈਲਿਟੀ ਦੀ ਗੱਲ ਕਰ ਰਹੇ ਸੀਗੇ, ਤੇ ਜੋ ਵੀ ਸੈਸ਼ਨ ਹੈ, ਜੋ ਵਿਧਾਨ ਸਭਾ ਦੀਆਂ ਪ੍ਰੋਸੀਡਿੰਗਸ ਨੇ, ਉਹ ਇਹ ਸਭ ਤੋਂ ਵੱਡਾ ਪਵਿੱਤਰ ਗ੍ਰੰਥ ਹੈ ਜੀ ਵਿਧਾਨ ਸਭਾ ਦਾ, ਜਿਹੜਾ ਰੂਲਸ ਆਫ ਪ੍ਰੋਸੀਜਰ ਐਂਡ ਕੰਡਕਟ ਆਫ ਬਿਜ਼ਨਸ ਇਨ ਦਾ ਪੰਜਾਬ ਵਿਧਾਨ ਸਭਾ, ਇਹਦਾ ਜਿਹੜਾ ਰੂਲ 16 ਹੈ ਉਹਦੇ ਵਿੱਚ ਬੜੇ ਸਪਸ਼ਟ ਤੌਰ ਦੇ ਉੱਪਰ ਲਿਖਿਆ ਹੋਇਆ ਹੈ ਕਿ ਜਦੋਂ ਵੀ ਸਰਕਾਰ ਚਾਹੇ, ਜਦੋਂ ਸਾਈਨਡ ਐਡਜਰਨ ਕੀਤਾ ਹੋਵੇ ਹਾਊਸ, ਤੇ ਜਦੋਂ ਸਰਕਾਰ ਚਾਹੇ ਔਰ ਸਪੀਕਰ ਸਾਹਿਬ ਨੂੰ ਬੇਨਤੀ ਕਰੇ ਕਿ ਲੋਕ ਹਿੱਤਾਂ ਦੇ ਲਈ ਸੈਸ਼ਨ ਬੁਲਾਇਆ ਜਾਣਾ ਜ਼ਰੂਰੀ ਹੈ, ਤੇ ਉਦੋਂ ਹੀ ਸਪੀਕਰ ਸਾਹਿਬ ਬੁਲਾ ਸਕਦੇ ਨੇ, ਕਿਉਂਕਿ ਉਹ ਸੁਪਰੀਮ ਅਥਾਰਟੀ ਨੇ, ਉਹ ਕਸਟੋਡੀਅਨ ਨੇ ਹਾਊਸ ਦੇ। ਉਹੀ ਪ੍ਰੋਸੈਸ ਅਸੀਂ ਅਡਾਪਟ ਕੀਤਾ, ਪਰ ਅਨਫੋਰਚੂਨੇਟਲੀ ਮੰਦਭਾਗੀ ਗੱਲ ਇਹ ਕਿ ਨਾ ਤਾਂ ਮਾਨਯੋਗ ਗਵਰਨਰ ਸਾਹਿਬ ਨੇ ਇਹ ਵਿਧਾਨ ਸਭਾ ਦੀ ਕਿਤਾਬ ਪੜ੍ਹੀ ਹੈ, ਨਾ ਸ਼ਾਇਦ ਸੰਵਿਧਾਨ ਪੜ੍ਹਿਆ, ਤੇ ਇਸੇ ਸੰਬੰਧ ਦੇ ਵਿੱਚ ਇੱਕ 2004 ਦੇ ਵਿੱਚ ਜਦੋਂ ਰਾਮਦਾਸ ਅਠਾਵਲੇ ਇੱਕ ਮੈਂਬਰ ਪਾਰਲੀਮੈਂਟ ਸੀਗੇ ਆਪੋਜੀਸ਼ਨ ਦੇ, ਔਰ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਦੀ ਸਰਕਾਰ ਸੀਗੀ ਸੈਂਟਰ ਦੇ ਵਿੱਚ, ਉਹਨਾਂ ਨੇ ਵੀ 2004 ਦਸੰਬਰ ਦੇ ਵਿੱਚ ਸਾਈਨਡ ਐਡਜਰਨ ਕਰਕੇ ਹਾਊਸ ਦੁਬਾਰਾ ਜਦੋਂ ਬੁਲਾਇਆ ਸੀਗਾ ਜਨਵਰੀ ਦੇ ਵਿੱਚ, ਉਦੋਂ ਰਾਮਦਾਸ ਅਠਾਵਲੇ ਜੀ ਸੁਪਰੀਮ ਕੋਰਟ ਗਏ ਤੇ ਸੁਪਰੀਮ ਕੋਰਟ ਦੇ ਕਨਸਟੀਟਿਊਸ਼ਨ ਬੈਂਚ ਨੇ 5 ਸਾਲ ਉਹਦੀ ਸੁਣਵਾਈ ਕਰਕੇ ਇਹ ਫੈਸਲਾ ਦਿੱਤਾ ਕਿ ਸਰਕਾਰ ਵੱਲੋਂ ਰਿਕਮੈਂਡ ਕੀਤਾ ਗਿਆ ਤੇ ਸਪੀਕਰ ਵੱਲੋਂ ਬੁਲਾਇਆ ਗਿਆ ਸੈਸ਼ਨ ਹੈ ਜਿਹੜਾ ਉਹ ਲੀਗਲ ਹੈ, ਉਹਦੇ ਵਿੱਚ ਵੀ ਕੋਈ ਇਲੀਗੈਲਿਟੀ ਨਹੀਂ ਹੈਗੀ। ਹੁਣ ਮੰਦਭਾਗੀ ਗੱਲ ਇਹ ਹੈ ਕਿ ਇੰਨਾ ਕੁਝ ਜਦੋਂ ਇਹ ਰੂਲ ਬੁੱਕ ਜਿਹੜੀ ਕਿ ਸੁਪਰੀਮ ਹੈ ਵਿਧਾਨ ਸਭਾ ਦੇ ਕੰਡਕਟ ਦੇ ਲਈ, ਕਨਸਟੀਟਿਊਸ਼ਨ ਸੰਵਿਧਾਨ ਦੇਸ਼ ਦਾ ਤੇ ਸੁਪਰੀਮ ਕੋਰਟ ਦਾ ਕਨਸਟੀਟਿਊਸ਼ਨ ਬੈਂਚ ਜਦੋਂ ਇੰਨਾ ਕਲੀਅਰਲੀ ਇਹ ਗੱਲ ਕਹਿੰਦਾ, ਤੇ ਫਿਰ ਉਸ ਦੇ ਬਾਵਜੂਦ ਵੀ ਇਹ ਜਾਂ ਤਾਂ ਜਾਣਦੇ ਨਹੀਂ ਹੈਗੇ ਮਾਨਯੋਗ ਗਵਰਨਰ ਸਾਹਿਬ, ਜਾਂ ਜਾਣਬੁੱਝ ਕੇ ਅਣਜਾਣ ਬਣੇ ਹੋਏ ਨੇ, ਤੇ ਇਹੋ ਜਿਹੀਆਂ ਚਿੱਠੀਆਂ ਸਾਨੂੰ ਰੋਜ਼ ਕੱਢ ਦਿੰਦੇ ਨੇ ਪੰਜਾਬ ਸਰਕਾਰ ਨੂੰ, ਤਾਂ ਕਿ ਅਸੀਂ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਲੋਕਾਂ ਦੇ ਮਸਲੇ, ਲੋਕਾਂ ਦੇ ਮੁੱਦੇ ਇਸ ਵਿਧਾਨ ਸਭਾ ਦੇ ਵਿੱਚ ਪਾਸ ਨਾ ਕਰ ਸਕੇ। ਸੋ ਇਸੇ ਗੱਲ ਨੂੰ ਦੁਬਾਰਾ ਰੀਟਰੇਟ ਕਰਨ ਦੇ ਲਈ, ਸ਼ੀਸ਼ਾ ਦਿਖਾਉਣ ਦੇ ਲਈ ਮਾਨਯੋਗ ਗਵਰਨਰ ਸਾਹਿਬ ਨੂੰ ਅੱਜ ਪੰਜਾਬ ਸਰਕਾਰ ਨੇ, ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਕਿ ਜਦੋਂ ਸੁਪਰੀਮ ਕੋਰਟ ਖੁੱਲ੍ਹਦੀ ਹੈ 30 ਤਾਰੀਖ ਨੂੰ, ਪੰਜਾਬ ਸਰਕਾਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏਗੀ, ਤੇ ਜਿਵੇਂ ਪਹਿਲਾਂ ਹੋਇਆ ਸੀਗਾ ਉਦੋਂ ਵੀ ਇਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਸੈਸ਼ਨ ਬੁਲਾ ਨਹੀਂ ਸਕਦੇ ਹੈਗੇ। ਜਦੋਂ ਅਸੀਂ ਸੁਪਰੀਮ ਕੋਰਟ ਗਏ ਤੇ ਐਂਡ ਮੋਮੈਂਟ ਤੇ ਜਾ ਕੇ ਗਵਰਨਰ ਸਾਹਿਬ ਦੀ ਚਿੱਠੀ ਆ ਗਈ ਕਿ ਜੀ ਮੈਂ ਬੁਲਾਉਣ ਦੇ ਲਈ ਤਿਆਰ ਹਾਂ। ਮੈਂ ਤੁਹਾਨੂੰ ਗਰੰਟੀ ਦੇ ਨਾਲ ਕਹਿਣਾ, ਗਵਰਨਰ ਸਾਹਿਬ ਆਹ ਬੁੱਕ ਪੜ੍ਹ ਲੈਣ, ਕਨਸਟੀਟਿਊਸ਼ਨ ਪੜ੍ਹ ਲੈਣਾ, ਤੇ 2004 ਦੀ ਸੁਪਰੀਮ ਕੋਰਟ ਦੀ ਜੱਜਮੈਂਟ ਪੜ੍ਹ ਲੈਣਾ। ਇਸ ਵਾਰ ਵੀ ਇਹੀ ਕੁਝ ਹੋਊਗਾ। ਸਾਡੇ ਸੁਪਰੀਮ ਕੋਰਟ ਦੇ ਵਿੱਚ ਜੋ ਦਰਵਾਜ਼ਾ ਖੜਕਾਤਾ, ਜਿਸ ਦਿਨ ਪੇਸ਼ੀ ਹੋਈ, ਉਸ ਤੋਂ ਪਹਿਲਾਂ ਮੈਂ ਗਰੰਟਿਡ ਤੌਰ ਤੇ ਕਹਿਣਾ ਕਿ ਗਵਰਨਰ ਸਾਹਿਬ ਨੂੰ ਫੇਰ ਦੁਬਾਰਾ ਯੂ ਟਰਨ ਲੈਣਾ ਪਊਗਾ, ਤੇ ਪਹਿਲਾਂ ਹੀ ਕਹਿ ਦੇਣਗੇ ਕਿ ਮੈਂ ਇਹਨਾਂ ਤਿੰਨੇ ਮਨੀ ਬਿੱਲਾਂ ਦੇ ਉੱਪਰ ਵੀ ਮੈਂ ਰਿਕਮੈਂਡੇਸ਼ਨ ਕਰਨ ਨੂੰ, ਸਾਈਨ ਕਰਨ ਨੂੰ ਤਿਆਰ ਹਾਂ, ਤੇ ਜਿਹੜੇ ਪਹਿਲਾਂ ਉਹਨਾਂ ਨੇ ਲੰਬੇ ਸਮੇਂ ਤੋਂ ਸਾਡੇ ਵਿਧਾਨ ਸਭਾ ਦੇ ਪਾਸ ਕੀਤੇ ਹੋਏ ਬਿੱਲ ਪੈਂਡਿੰਗ ਰੱਖ ਛੱਡੇ ਨੇ, ਜਿਹਦੀ ਵਜ੍ਹਾ ਕਰਕੇ ਉਹ ਕਾਨੂੰਨ ਦਾ ਰੂਪ ਨਹੀਂ ਲੈ ਰਹੇ ਹੈਗੇ, ਉਹਨਾਂ ਦੇ ਉੱਪਰ ਵੀ ਸਾਈਨ ਕਰਨ ਦੇ ਲਈ ਮਾਨਯੋਗ ਗਵਰਨਰ ਸਾਹਿਬ ਮਜਬੂਰ ਹੋਣਗੇ। ਮੈਂ ਬੜੇ 100% ਕਨਵਿਕਸ਼ਨ ਦੇ ਨਾਲ ਅੱਜ ਕਹਿ ਸਕਦਾ। ਦੇਖੋ, ਲੀਡਰ ਆਫ ਦੀ ਆਪੋਜੀਸ਼ਨ ਜਿਹੜੇ ਨੇ ਉਹਨਾਂ ਦਾ ਕਾਫੀ ਪਾਰਲੀਮੈਂਟ ਦਾ ਤਜਰਬਾ ਗਾ, ਵਿਧਾਨ ਸਭਾ ਦਾ ਤਜਰਬਾ ਗਾ। ਮੈਂ ਸਮਝਦਾ ਪਹਿਲਾਂ ਵੀ ਉਹਨਾਂ ਨੇ ਵਿਧਾਨ ਸਭਾ ਤੋਂ ਬਾਹਰ ਵੀ ਆਮ ਲੋਕਾਂ ਦੁਆਰਾ ਚੁਣੇ ਗਏ ਨੁਮਾਇੰਦਿਆਂ ਦੀ ਤੋਹੀਨ ਕੀਤੀ। ਉਦੋਂ ਵੀ ਕਿਹਾ ਸੀਗਾ ਕਿਹੜਾ ਮਟੀਰੀਅਲ ਅੰਦਰ ਆ ਗਿਆ। ਹੁਣ ਵੀ ਉਹਨਾਂ ਨੇ ਡੈਰੋਗੇਟਰੀ ਲੈਂਗੁਏਜ ਯੂਜ਼ ਕਰਨ ਦਾ
ਯਤਨ ਕੀਤਾ, ਡੈਰੋਗੇਟਰੀ ਲੈਂਗੁਏਜ ਯੂਜ਼ ਕੀਤੀ ਉੱਥੇ ਤੂੰ ਮੈਂ ਕਹਿ ਕੇ, ਔਰ ਬਹੁਤ ਸਾਰੀਆਂ ਜਿਹੜੇ ਮੈਂ ਸਮਝਦਾ ਸਾਇੰਸ ਹੁੰਦੇ ਨੇ ਕਿ ਉਹਨਾਂ ਦੇ ਰਾਹੀਂ ਕਾਫੀ ਮੰਦਾ ਬੋਲਿਆ, ਪਰ ਲੇਕਿਨ ਮੈਂ ਸਮਝਦਾ ਉਹਨਾਂ ਨੂੰ ਇਹ ਨਹੀਂ ਬੋਲਣਾ ਚਾਹੀਦਾ ਸੀ, ਕਿਉਂਕਿ ਉਹਨਾਂ ਕੋਲ ਕੋਈ ਮੁੱਦਾ ਹੈ ਨਹੀਂ। ਪੰਜਾਬ ਦੇ ਵਿੱਚ ਆਪੋਜੀਸ਼ਨ ਮੁੱਦਾਹੀਣ ਆ, ਇਸੇ ਗੱਲ ਕਰਕੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਤੋਹਮਤ ਜਾਂ ਇਸ ਤਰ੍ਹਾਂ ਦਾ ਬਾਬ ਵੇਲਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਸੋ ਬਿਲਕੁਲ ਮੈਂ ਸਮਝਦਾ ਇਹ ਬਹੁਤ ਹੀ ਮੰਦਭਾਗਾ ਸੀ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ। ਸਰਕਾਰ ਟਰਾਈ ਨਹੀਂ ਕਰੇਗੀ। ਸੁਪਰੀਮ ਕੋਰਟ ਜਾਣਾ ਸੀ ਤਾਂ 75 ਲੱਖ ਰੁਪਇਆ ਜਿਹੜਾ ਅੱਜ ਦਾ ਦਿੱਤਾ ਖਰਚਾ ਹੈਗਾ ਉਸ ਨੂੰ ਕਰਨ ਦੀ ਕੀ ਲੋੜ? ਦੇਖੋ, ਅਸੀਂ ਲਾਸਟ ਮਿੰਟ ਤੱਕ, ਮੈਂ ਪਹਿਲਾਂ ਬਰੀਫ ਕੀਤਾ, ਅਸੀਂ ਲਾਸਟ ਮਿੰਟ ਤੱਕ ਵੇਟ ਕੀਤੀ ਕਿ ਮਾਨਯੋਗ ਗਵਰਨਰ ਸਾਹਿਬ ਇਹਨਾਂ ਤਿੰਨਾਂ ਬਿੱਲਾਂ ਦੀ ਜਿਹੜੇ ਮਨੀ ਬਿੱਲ ਨੇ ਇਹਨਾਂ ਦੀ ਅਹਿਮੀਅਤ ਸਮਝਣਗੇ ਕਿ ਕਿੰਨੀ ਇਹਨਾਂ ਦੀ ਅਹਿਮੀਅਤ ਦੇਸ਼ ਦੀ ਆਰਥਿਕਤਾ 'ਚ ਆ, ਪੰਜਾਬ ਦੀ ਆਰਥਿਕਤਾ 'ਚ ਆ। ਪਰ ਲੇਕਿਨ ਉਹਨਾਂ ਨੇ ਅਫਸੋਸ ਕਿ ਉਹਨਾਂ ਨੇ ਲਾਸਟ ਮਿੰਟ ਤੱਕ ਵੀ ਆਪਦਾ ਬਿਹੇਵ ਜਿਹੜਾ ਸੁਧਾਰਿਆ ਨਹੀਂ, ਆਪਦੇ ਆਪ ਨੂੰ ਜਿਹੜਾ ਹੈਗਾ ਇਹ ਪੜ੍ਹਿਆ ਨਹੀਂ, ਬਿੱਲਾਂ ਨੂੰ ਨਹੀਂ ਪੜ੍ਹਿਆ ਰਿਹਾ, ਨੋਟਬੁੱਕ ਨਹੀਂ ਪੜ੍ਹੀ, ਇਸੇ ਗੱਲ ਕਰਕੇ ਉਹਨਾਂ ਨੇ ਫੈਸਲਾ ਕੀਤਾ ਸੀ ਲਾਸਟ ਮਿੰਟ ਤੱਕ ਇਸ ਤਰ੍ਹਾਂ ਵੇਟ ਕਰਦੇ। ਇੱਕ ਮਿੰਟ ਦੇਖੋ, ਇਸ ਤਰ੍ਹਾਂ ਇੱਕ ਸੈਕਿੰਡ ਗੱਲਬਾਤ ਕੀਤੀ ਜਾਵੇ। ਹਾਂਜੀ, ਬਿਲਕੁਲ ਜੀ, ਪੰਜਾਬ ਨੂੰ, ਬਿਲਕੁਲ ਪੰਜਾਬੀਆਂ ਨੂੰ ਬੜਾ ਸਪਸ਼ਟ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ, ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਲਗਾਤਾਰ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰਨ ਦੇ ਲਈ ਪੰਜਾਬ ਦੀ ਵਿਧਾਨ ਸਭਾ ਦੇ ਪਵਿੱਤਰ ਸੈਸ਼ਨ ਬੁਲਾਉਂਦੀ ਆ, ਔਰ ਉਹ ਸੈਸ਼ਨ ਦੇ ਵਿੱਚ ਲੋਕਾਂ ਦੀ ਭਲਾਈ ਦੇ ਲਈ, ਪੰਜਾਬ ਦੇ ਲੋਕਾਂ ਦੀ ਭਲਾਈ ਦੇ ਲਈ ਐਕਟ ਪਾਸ ਕੀਤੇ ਜਾਂਦੇ ਨੇ, ਬਿੱਲ ਪਾਸ ਕੀਤੇ ਜਾਂਦੇ ਨੇ, ਜਿਹੜੇ ਕਾਨੂੰਨ ਬਣ ਕੇ ਲੋਕਾਂ ਦੀ ਭਲਾਈ ਕਰਦੇ ਨੇਗੇ। ਪਰ ਲੇਕਿਨ ਗਵਰਨਰ ਸਾਹਿਬ ਕੋਈ ਨਾ ਕੋਈ ਅੜਿੱਕਾ ਡਾਉਂਦੇ ਨੇਗੇ। ਪਹਿਲਾਂ ਜਦੋਂ ਲੈਟਰ ਲਿਖਦੇ ਨੇ, ਲੈਟਰ ਦੇ ਵਿੱਚ ਲਿਖਦੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੀ ਜਿਹੜੀ ਸਬਸਿਡੀ ਹੈ ਕਿਉਂ ਦਿੱਤੀ ਗਈ ਆ, ਕਦੇ ਕਿਸੇ ਸਬਸਿਡੀ ਦੇ ਸਵਾਲ ਖੜਾ ਕਰਦੇ ਨੇ, ਕਦੇ ਕਿਸੇ ਸਬਸਿਡੀ ਦੇ ਸਵਾਲ ਖੜਾ ਕਰਦੇ ਨੇ। ਅਸੀਂ ਪੰਜਾਬ ਦੀ ਲੋਕਾਂ ਦੀ ਭਲਾਈ ਲਈ ਪੰਜਾਬ ਦੇ ਲੋਕਾਂ ਨੂੰ ਚੁਣ ਕੇ ਭੇਜਾਂਗੇ। ਇਹ ਜਿਹੜੀ ਭਲਾਈ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ 'ਚ ਲਗਾਤਾਰ ਜਾਰੀ ਰਹੂਗੀ। ਚੀਮਾ ਸਾਹਿਬ, ਗਵਰਨਰ ਕਹਿ ਰਹੇ ਨੇ, ਗਵਰਨਰ ਕਹਿ ਰਹੇ ਨੇ ਕਿ ਪਰਮਿਸ਼ਨ ਲੈ ਲਓ, ਅਸੀਂ ਪਰਮਿਸ਼ਨ ਦੇ ਦਿਆਂਗੇ ਨਵੇਂ ਇਜਲਾਸ ਦੀ, ਨਵੇਂ ਸੈਸ਼ਨ ਦੀ। ਕੀ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਵਾਰ ਟਰਾਈ ਕਰ ਲੈਣਾ ਚਾਹੀਦਾ ਕਿ ਸ਼ਾਇਦ permission ਮਿਲੇ ਜਾਏ? ਦੇਖੋ ਪੈਸੇ ਬਚ ਜਾਣਗੇ। ਅਸੀਂ ਗਵਰਨਰ ਸਾਹਿਬ ਨੂੰ ਇਹੀ ਤਾਂ ਗੱਲ ਸਮਝਣੀ ਚਾਹੀਦੀ ਆ। ਅਸੀਂ ਪਰਮਿਸ਼ਨ ਲੈਣ ਲਈ ਤਾਂ ਐਕਟ ਭੇਜੇ ਨੇਗੇ, ਅਸੀਂ ਉਹਨਾਂ ਨੂੰ ਪਰਮਿਸ਼ਨ ਲੈਣ ਲਈ ਤਾਂ ਐਕਟ ਭੇਜੇ ਨੇਗੇ। ਸੋ ਉਹਨਾਂ ਨੇ ਪਰਮਿਸ਼ਨ ਦੇਣੀ ਸੀ, ਦੁਬਾਰਾ ਐਕਟ। ਮੇਰੀ ਗੱਲ ਸੁਣੋ, ਇੱਕ ਫਾਈਲ ਚਲੀ ਗਈ, ਜਾਂ ਤਾਂ ਪਲੀਜ਼, ਜਾਂ ਤਾਂ ਇਹ ਕਹਿਣ, ਜਾਂ ਤਾਂ ਗਵਰਨਰ ਸਾਹਿਬ ਕਹਿਣ ਕਿ ਤਿੰਨੇ ਬਿੱਲ ਇਲੀਗਲ ਨੇ, ਗੈਰ ਕਾਨੂੰਨੀ ਨੇ। ਜੇ ਉਹ ਕਾਨੂੰਨੀ ਮੰਨਦੇ ਨੇ ਤਾਂ ਪਰਮਿਸ਼ਨ ਕਿਉਂ ਨਹੀਂ ਦੇ ਰਹੇ? ਜੇ ਉਹ ਪਰਮਿਸ਼ਨ ਨਹੀਂ ਦੇ ਰਹੇ ਤਾਂ ਉਹਨਾਂ ਦੇ ਆਰਡਰ ਗੈਰ ਕਾਨੂੰਨੀ ਨੇ। ਔਰ ਇੱਕ ਮਿੰਟ ਮੈਂ ਇੱਕ ਚੀਜ਼ ਹੋਰ ਗੱਲ ਕਲੀਅਰ ਕਰ ਦੇਣੀ ਚਾਹੁੰਦਾ। ਦੇਖੋ, ਇਹ ਜਿਹੜੇ ਐਕਸ਼ਨ ਸਪੀਕ ਲਾਊਡਰ ਦੈਨ ਵਰਡਸ, ਜਿਹੜਾ ਅੱਜ ਇਹ ਬੇਵਿਸ਼ਵਾਸੀ ਦਾ ਮਾਹੌਲ ਪੈਦਾ ਕੀਤਾ ਹੈ, ਇਹ ਗਵਰਨਰ ਸਾਹਿਬ ਵੱਲੋਂ ਹੋਇਆ। ਪਿਛਲੇ ਸਾਲ ਜਦੋਂ ਪ੍ਰੋਰੋਗ ਹੋ ਚੁੱਕਿਆ ਸੀਗਾ ਸੈਸ਼ਨ, ਉਦੋਂ ਅਸੀਂ ਗਵਰਨਰ ਸਾਹਿਬ ਨੂੰ ਇੱਕ ਸਪੈਸ਼ਲ ਸੈਸ਼ਨ ਬੁਲਾਉਣ ਦੇ ਲਈ ਬੇਨਤੀ ਕੀਤੀ ਸੀਗੀ, ਤੇ ਉਹਨਾਂ ਨੇ ਪਹਿਲਾਂ ਡਿਨਾਈ ਕੀਤਾ ਸੀਗਾ ਕਿ ਤੁਸੀਂ ਨਹੀਂ ਬੁਲਾ ਸਕਦੇ ਹੈਗੇ। ਇਹਦੀ ਸ਼ੁਰੂਆਤ ਹੈ ਜਿਹੜੀ ਉਹਨਾਂ ਵੱਲੋਂ ਕੀਤੀ ਗਈ ਹੈ। ਹੁਣ ਜੇ ਸੈਸ਼ਨ ਪ੍ਰੋਰੋਗ ਹੋ ਗਏ ਤੇ ਅਸੀਂ ਇੰਪੋਰਟੈਂਟ ਬਿੱਲ ਜਿਹੜੇ ਉਹ ਪਾਸ ਕਰਨਾ ਚਾਹੁੰਦੇ ਆ, ਤੇ ਉਹ ਫਿਰ ਕਹਿ ਦੇਣਗੇ ਕਿ ਅਸੀਂ ਅਲਾਉ ਨਹੀਂ ਕਰਦੇ ਹੈਗੇ। ਸੋ ਮੇਰੇ ਕਹਿਣ ਦਾ ਮਤਲਬ ਜਦੋਂ ਐਕਸ਼ਨ ਹੈ ਸਰ, ਉਹਦੇ ਤੋਂ ਇਹ ਨਹੀਂ ਲੱਗ ਰਿਹਾ ਕਿ ਸਰਕਾਰ ਪੋਲੀਟੀਕਲੀ ਸਰੈਂਡਰ ਕਰ ਚੁੱਕੀ ਆ। ਕਿਵੇਂ ਸਰੈਂਡਰ ਕਰ ਚੁੱਕੀ ਹੈ? ਇੱਕ ਮਿੰਟ, ਸਥਗਿਤ ਹੀ ਕਰਤਾ ਅਲਟੀਮੇਟਲੀ ਤਾਂ ਸਥਗਿਤ। ਇੱਕ ਮਿੰਟ, ਜਦੋਂ ਉਹਨਾਂ ਨੇ ਜਿਹੜੇ ਅਸੀਂ ਬਿੱਲ ਲੈ ਕੇ ਆਉਣ ਲਈ ਸੈਸ਼ਨ ਬੁਲਾਇਆ ਸੀਗਾ, ਜਦੋਂ ਉਹਨਾਂ ਨੇ ਉਹਨੂੰ ਸਾਈਨ ਹੀ ਨਹੀਂ ਕੀਤੇ ਹੈਗੇ, ਤੇ ਉਹ ਸਰਕਾਰ ਮਨੀ ਬਿੱਲ ਨੇ ਜਿਹੜੇ, ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਲੇਟ ਵੀ ਕੀਤੇ ਗਏ ਜੀ, ਸਵਾਲ ਕਿਵੇਂ ਉਹ ਲੇਟ ਕੀਤੇ ਗਏ? ਮਨੀ ਬਿੱਲ ਇੰਨੇ ਲੇਟ ਕਿਉਂ ਕੀਤੇ ਗਏ? ਕਿਉਂ ਲੇਟ ਕਿਉਂ ਕਿੱਥੇ ਕੀਤੇ ਗਏ ਜੀ? ਉਹਨਾਂ ਨੇ ਆਪਦੀ ਚਿੱਠੀ ਦੇ ਵਿੱਚ ਇਹ ਤਾਂ ਲਿਖਿਆ ਨਹੀਂ ਕਿ ਤੁਸੀਂ ਲੇਟ ਭੇਜੇ ਨੇ। ਉਹਨਾਂ ਨੇ ਇਹ ਲਿਖਿਆ ਕਿ ਕਿਉਂਕਿ ਇਹ ਸੈਸ਼ਨ ਇਲੀਗਲ ਹੈ, ਇਸ ਕਰਕੇ ਮੈਂ ਇਹਦੀ ਇਜਾਜ਼ਤ ਨਹੀਂ ਦਿੰਦਾ। ਆਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ। ਇਹਦਾ ਰੂਲ 16 ਪੜ੍ਹ ਲੈਣਾ, ਸੁਪਰੀਮ ਕੋਰਟ ਦੀ ਜੱਜਮੈਂਟ ਪੜ੍ਹ ਲੈਣ 2004 ਵਾਲੀ, ਪਤਾ ਲੱਗ ਜੂਗਾ ਉਹਨਾਂ ਨੇ ਕਿ ਸੈਸ਼ਨ ਲੀਗਲ ਹੈ ਕਿ ਇਲੀਗਲ ਹੈ। ਜਦੋਂ ਇਲੀਗਲ ਹੈ ਹੀ ਨਹੀਂ ਤੇ ਫਿਰ ਉਹ ਮਨਾ ਕਿਵੇਂ ਕਰ ਸਕਦੇ ਨੇ? ਸੋ ਇਸ ਕਰਕੇ ਮਜਬੂਰੀ ਵਸ ਸਾਨੂੰ ਸੁਪਰੀਮ ਕੋਰਟ ਜਾਣਾ ਪੈ ਰਿਹਾ ਹੈ। ਮੰਤਰੀ ਸਾਹਿਬ, ਜਿਸ ਤਰ੍ਹਾਂ ਤੁਸੀਂ ਕਿਹਾ ਸੀ ਪਹਿਲਾਂ, ਹਾਂਜੀ, ਕਿਵੇਂ ਮਿਸਗਾਈਡ ਕਰ ਰਿਹਾ ਜੀ? ਆਹ ਕਿਤਾਬ ਤਾਂ ਨਹੀਂ ਮਿਸਗਾਈਡ ਕਰ ਰਹੀ। ਤੁਸੀਂ ਰੂਲ ਨੰਬਰ 16 ਪੜ੍ਹ ਲਓ, ਤੁਸੀਂ ਸੁਪਰੀਮ ਕੋਰਟ ਦੀ ਜੱਜਮੈਂਟ ਮੈਂ ਤੁਹਾਨੂੰ ਭੇਜ ਦੇਣਾ। ਤੁਸੀਂ ਕਨਸਟੀਟਿਊਸ਼ਨ ਦੇ ਵਿੱਚ ਆਪੋਜੀਸ਼ਨ ਮੈਨੂੰ ਦਿਖਾ ਦੇ, ਗਵਰਨਰ ਸਾਹਿਬ ਮੈਨੂੰ ਦਿਖਾ ਦੇਣਾ ਵੀ ਇਹ ਕਿਤੇ ਲਿਖਿਆ ਹੋਇਆ ਹੈ ਵੀ ਤੁਸੀਂ ਸਾਈਨਡ ਆਏ ਹੋਏ ਐਡਜਰਨ ਹੋਏ ਸੈਸ਼ਨ ਨੂੰ ਦੁਬਾਰਾ ਨਹੀਂ ਕਨਵੀਨ ਕਰ ਸਕਦੇ ਹੈਗੇ, ਨਹੀਂ ਬੁਲਾ ਸਕਦੇ ਹੈਗੇ। ਮੈਨੂੰ ਦਿਖਾ ਦਿਓ, ਅਸੀਂ ਮੰਨ ਲਾਂਗੇ ਅਸੀਂ ਗਲਤ ਆ। ਕਿੱਥੇ ਲਿਖਿਆ? ਦਿਖਾਓ ਮੈਨੂੰ। ਮੈਂ ਤੁਹਾਨੂੰ ਲਿਖਿਆ ਹੋਇਆ ਦਿਖਾ ਰਿਹਾ, ਮੈਂ ਮੂੰਹ ਜ਼ਬਾਨੀ ਤਾਂ ਨਹੀਂ ਨਾ ਬੋਲ ਰਿਹਾ।
ਮੈਂ ਤੁਹਾਨੂੰ ਲਿਖਿਆ ਦਿਖਾ ਰਿਹਾ, ਉਹਨਾਂ ਨੂੰ 6 ਮਹੀਨੇ 7 ਮਹੀਨੇ 2 ਮਹੀਨੇ 11 ਮਹੀਨੇ ਮੈਨੂੰ ਲਿਖਿਆ ਹੋਇਆ ਕਿਤੇ ਦਿਖਾ ਦੇਣਾ, ਮੈਂ ਗੱਲ ਮੰਨ ਲੂੰ ਉਹਨਾਂ ਦੀ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਸਿਰਫ ਔਰ ਸਿਰਫ ਪਿਛਲੇ 1.5 ਸਾਲ ਤੋਂ ਗਵਰਨਰ ਸਾਹਿਬ ਵੱਲੋਂ ਸਾਡੇ ਮਾਣਯੋਗ ਨੇ, ਸਾਡੇ ਬਜ਼ੁਰਗ ਨੇ, ਪਰ ਜਿਸ ਤਰੀਕੇ ਦਾ ਰਵੱਈਆ ਉਹਨਾਂ ਦਾ ਇਹ ਚੱਲ ਰਿਹਾ ਹੈ ਕਿ ਮੈਂ ਇੱਕ ਬੇਮਿਸਾਲ ਬਹੁਮਤ ਦੇ ਨਾਲ ਚੁਣੀ ਹੋਈ ਸਰਕਾਰ ਨੂੰ ਮੈਂ ਕੰਮ ਹੀ ਨਹੀਂ ਕਰਨ ਦੇਣਾ ਹੈਗਾ, ਮੈਂ ਅੜਚਣਾਂ ਹੀ ਅੜਾਈ ਜਾਣੀਆਂ ਨੇ, ਇਹ ਰਵੱਈਆ ਜਿਹੜਾ ਇਹ ਬਹੁਤ ਮੰਦਭਾਗਾ ਹੈ। ਮੰਤਰੀ ਸਾਹਿਬ ਸਭ ਤੋਂ ਲੀਗਲ ਰਿਸ਼ਤੇ ਸੁਧਾਰਨ ਵਾਸਤੇ ਵੀ ਯਤਨ ਹੋ ਰਹੇ ਨੇ ਗਵਰਨਰ ਸਾਹਿਬ ਦੇ ਨਾਲ, ਕਿਉਂਕਿ ਜਿਸ ਤਰ੍ਹਾਂ ਸੀਐਮ ਸਾਹਿਬ ਨੇ ਕਿਹਾ ਕਿ 25 ਲੱਖ ਰੁਪਏ ਦਾ ਨੁਕਸਾਨ ਪੰਜਾਬ ਦਾ ਪਹਿਲਾਂ ਹੋ ਗਿਆ ਜੀ, ਸੁਪਰੀਮ ਕੋਰਟ ਦੇ ਵਿੱਚ ਵਕੀਲ ਹਾਇਰ ਕੀਤਾ, ਸ਼ਾਇਦ 25 ਦਾ ਹੁਣ ਹੋ ਜੇ, ਤਾਂ ਤੁਹਾਨੂੰ ਲੱਗਦਾ ਨਹੀਂ ਤੇ ਫਿਰ ਇੱਕ ਮਿੰਟ, ਉਹਦਾ ਜ਼ਿੰਮੇਵਾਰ ਕੌਣ ਹੈ ਜੀ? ਇੱਕ ਗੱਲ ਸਮਝੋ, ਇੱਕ ਮਿੰਟ, ਅਸੀਂ ਜਦੋਂ ਕਾਨੂੰਨੀ ਤੌਰ ਤੇ ਕੰਮ ਕਰ ਰਹੇ ਹਾਂ, ਜੇ ਗਵਰਨਰ ਸਾਹਿਬ ਇੰਨੇ ਸਹੀ ਸੀਗੇ ਤੇ ਫਿਰ ਜਦੋਂ ਪੇਸ਼ੀ ਦੀ ਸੁਣਵਾਈ ਸ਼ੁਰੂ ਹੋਣੀ ਸੀਗੀ ਉਹ ਤੋਂ ਪਹਿਲਾਂ ਚਿੱਠੀ ਦੇਣ ਦੀ ਕੀ ਲੋੜ ਸੀਗੀ ਵੀ ਹਾਂ ਮੈਂ ਅਲਾਉ ਕਰ ਦਿੰਦਾ, ਮੈਂ ਇਜਾਜ਼ਤ ਦੇ ਦਿੰਦਾ? ਇਹਦਾ ਮਤਲਬ ਉਹਨਾਂ ਨੂੰ ਦਿਲੋਂ ਪਤਾ ਸੀਗਾ ਕਿ ਉਹਨਾਂ ਦਾ ਸਟੈਂਡ ਗਲਤ ਹੈ ਤੇ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਚਿੱਠੀ ਪਹੁੰਚ ਗਈ ਕਿ ਹਾਂ ਅਸੀਂ ਅਲਾਉ ਕਰ ਦਿੰਦੇ ਆ। ਆਹੀ ਕੁਛ ਇਸ ਵਾਰੀ ਹੋਊਗਾ। ਆ 50 ਲੱਖ ਰੁਪਏ ਜਿਹੜਾ ਇਹ ਪੰਜਾਬ ਦੇ ਲੋਕਾਂ ਦੀ ਦੇਣਦਾਰੀ ਗਵਰਨਰ ਸਾਹਿਬ ਦੀ ਸਿਰ ਖੜ ਜਾਣੀ ਹੈ। ਅਮਨ ਜੀ ਕਿਹਾ ਜਾ ਰਿਹਾ ਇੱਕ ਦਿਨ ਦੇ ਸੈਸ਼ਨ ਦਾ ਲਗਭਗ 75 ਲੱਖ ਰੁਪਏ ਖਰਚ ਹੁੰਦਾ, ਅੱਜ ਦੇ ਦਿਨ ਦਾ ਹੋ ਗਿਆ। ਮੇਰੇ ਯਾਦ ਹੈ ਕਿਸੇ ਸਮੇਂ ਵਿਰੋਧੀ ਧਿਰ ਚੁੰਦੀ ਤੁਸੀਂ ਇਹ ਪੈਸੇ ਛੱਡਦੇ ਰਹੇ ਹੋ, ਐਮਐਲਏ ਨੂੰ ਕੀ ਕਰੋਗੇ ਘੱਟੋ ਆਪਣੇ ਨੂੰ ਕਿ ਅੱਜ ਦੇ ਦਿਨ ਦੇ ਕਲੇਮ ਨਾ ਕੀਤਾ ਜਾਵੇ? ਨਹੀਂ ਦੇਖੋ, ਅਸੀਂ ਤਾਂ ਗੱਲ ਨੂੰ ਸਮਝੋ ਇੱਕ ਮਿੰਟ, ਅਸੀਂ ਤਾਂ ਇਹ ਗੱਲ ਕਹਿੰਦੇ ਆ ਵੀ ਸੈਸ਼ਨ ਹੈ ਜਿਹੜਾ ਉਹ ਲੀਗਲ ਹੈ। ਅਸੀਂ ਸਵਾਲ ਜਵਾਬ ਵੀ ਲਾਏ, ਅਸੀਂ 1 ਘੰਟਾ 0 ਆਵਰ ਵੀ ਚਲਾਇਆ, ਅਸੀਂ ਕਾਲ ਅਟੈਂਸ਼ਨ ਮੋਸ਼ਨਾਂ ਵੀ ਲਾਈਆਂ, ਅਸੀਂ ਮਨੀ ਬਿੱਲ ਤੇ ਜਿਹੜੇ ਨਾਰਮਲ ਬਿੱਲਸ ਨੇ ਅਸੀਂ ਉਹ ਵੀ ਲੈ ਕੇ ਆਏ। ਹੁਣ ਅਸੀਂ ਕਹਿੰਦੇ ਲੀਗਲ ਹੈ। ਸਾਡੇ ਐਮਐਲਏ ਤਾਂ ਹੱਕਦਾਰ ਨੇ ਟੀਏਡੀਏ ਲੈਣ ਦੇ। ਜਿਹੜੇ ਕਾਂਗਰਸ ਵਾਲੇ ਨੇ ਉਹਨਾਂ ਨੂੰ ਪੁੱਛੋ, ਜਿਹੜੇ ਇਲੀਗਲ ਕਹਿੰਦੇ ਸੀ ਇਹਨੂੰ, ਉਹ ਨਾ ਟੀਏਡੀਏ ਲੈਣ, ਉਹਨੇ ਪੈਸੇ ਪੰਜਾਬ ਦੇ ਵਿੱਚ ਚਲੋ। ਚਲੋ ਜੀ, ਓਕੇ ਬਾਏ।